Good morning friends. Today we will discuss about the child development and pedagogy questions of 2018. First question is the thinking process involved in producing an idea or concept that is new, original and useful is termed as कि ਉਹ ਵਾਲਾ ਸੋਚਣ ਦਾ ਪ੍ਰੋਸੈਸ ਜਿਹਦੇ ਵਿੱਚ ਕੀ ਇਨਵੋਲਵ ਹੁੰਦਾ ਕਿਸੇ ਆਈਡੀਆ ਦਾ ਪ੍ਰੋਡਿਊਸ ਹੋਣਾ ਪੈਦਾ ਹੋਣਾ ਜਿਹੜਾ ਕਿ ਬਿਲਕੁਲ ਨਵਾਂ ਹੋਵੇ ਓਰੀਜਨਲ ਅਸਲ ਹੋਵੇ ਯੂਜ਼ਫੁਲ ਫਾਇਦੇਮੰਦ ਹੋਵੇ ਉਹਨੂੰ ਕਿਹੜੀ ਚੀਜ਼ ਕਿਹਾ ਜਾਂਦਾ ਵਾ ਕ੍ਰੀਏਟੀਵਿਟੀ ਕੀ ਬੋਲਿਆ ਜਾਂਦਾ ਹੈ ਉਹਨੂੰ ਕ੍ਰੀਏਟੀਵਿਟੀ ਆਨਸਰ ਆ ਆਪਸ਼ਨ ਨੰਬਰ ਏ ਸੈਕਿੰਡ ਕੁਐਸਚਨ ਆ ਅਕੋਰਡਿੰਗ ਟੂ NCF 2005 ਦ ਰੋਲ ਆਫ ਟੀਚਰ ਹੈਜ਼ ਬੀਨ ਦੈਟ ਆਫ ਏ NCF 2005 ਹੀ ਉਹਦੇ ਮੁਤਾਬਕ ਇੱਕ ਟੀਚਰ ਦਾ ਰੋਲ ਜਿਹੜਾ ਵਾ ਉਹ ਕਿਹੜਾ ਹੋਣਾ ਚਾਹੀਦਾ ਵਾ ਫੈਸਿਲੀਟੇਟਰ ਦਾ ਇੱਕ ਹੈਲਪਰ ਦਾ ਰੋਲ ਹੋਣਾ ਚਾਹੀਦਾ ਵਾ ਉਹਦਾ ਟੀਚਰ ਦਾ facilitator ਦਾ next question having a diverse classroom with varied social children from economic and cultural background enriches the learning experience of all the student this statement is ਉਹਨੇ ਬੋਲਿਆ ਕਿ ਇੱਕ ਡਿਵਰਸ ਕਲਾਸਰੂਮ ਹੋਣਾ ਮਤਲਬ ਭਿੰਨਤਾ ਵਾਲਾ ਕਲਾਸਰੂਮ ਹੋਣਾ ਵੀ ਵੱਖੋ ਵੱਖਰੇ ਬੱਚੇ ਵੱਖਰੇ ਵੱਖਰੇ ਸਮਾਜ ਦੇ ਹੋਣੇ ਵੱਖਰੀ ਵੱਖਰੀ ਉਹਨਾਂ ਦੀ ਆਰਥਿਕ ਕੰਡੀਸ਼ਨ ਹੋਣੀ ਜਾਂ ਉਹਨਾਂ ਦਾ ਸੱਭਿਆਚਾਰ ਵੱਖਰਾ ਵੱਖਰਾ ਹੋਣਾ ਉਹਦੇ ਨਾਲ ਜਿਹੜਾ ਵਾ ਸਾਰੇ ਬੱਚਿਆਂ ਦਾ ਜਿਹੜਾ ਸਿੱਖਣ ਦਾ ਵਾ ਉਹਨਾਂ ਨੂੰ ਐਕਸਪੀਰੀਅੰਸ ਮਿਲਦਾ ਵਾ ਉਹ ਵੱਧਦਾ ਆ ਇਹ ਸਟੇਟਮੈਂਟ ਸਹੀ ਆ ਜਾਂ ਗਲਤ ਆ ਉਹ ਅਸੀਂ ਦੱਸਣਾ ਵਾ ਇਹਦਾ ਆਨਸਰ ਆ ਆਪਸ਼ਨ ਨੰਬਰ ਬੀ ਬਿਲਕੁਲ ਕਰੈਕਟ ਆ ਕਿ ਵੱਖਰੇ ਵੱਖਰੇ ਬੱਚੇ ਕਲਾਸ ਦੇ ਵਿੱਚ ਹੋਣਗੇ ਅਤੇ ਬੱਚਾ ਜਿਹੜਾ ਵਾ ਵੱਖਰੀਆਂ ਵੱਖਰੀਆਂ ਸਕਿੱਲਸ ਜਿਹੜੀਆਂ ਵਾ ਆਪਣੇ ਪੀਅਰਸ ਤੋਂ ਆਪਣੇ ਸਾਥੀਆਂ ਤੋਂ ਸਿੱਖ ਸਕਦਾ ਆ ਨੈਕਸਟ ਕੁਐਸਚਨ ਆ ਅਰੇਂਜ ਦਾ ਫੋਲੋਇੰਗ ਕੰਪੋਨੈਂਟਸ ਆਫ ਟੀਚਿੰਗ ਪ੍ਰੋਸੈਸ ਇਨ ਆਰਡਰ ਜਿਹੜੇ ਕੰਪੋਨੈਂਟਸ ਦਿੱਤੇ ਆ ਇਹਨਾਂ ਨੂੰ ਤੁਸੀਂ ਦੱਸਣਾ ਵਾ ਕਿ ਜਿਵੇਂ ਅਸੀਂ ਟੀਚਿੰਗ ਦੇ ਵਿੱਚ ਪਹਿਲਾਂ ਕੀ ਕਰਦੇ ਹਾਂ ਫਿਰ ਦੂਸਰੀ ਅਸੀਂ ਚੀਜ਼ ਕਿਹੜੀ ਕਰਦੇ ਹਾਂ ਇਹਦਾ ਆਨਸਰ ਆ ਆਪਸ਼ਨ ਨੰਬਰ ਸੀ ਸਭ ਤੋਂ ਪਹਿਲਾਂ ਜਿਹੜਾ ਵਾ ਆਪਾਂ ਫਾਰਮੂਲੇਟਿੰਗ ਓਬਜੈਕਟਿਵ ਸਾਡੇ ਕੁਝ ਓਬਜੈਕਟਿਵਸ ਅਸੀਂ ਸੈੱਟ ਕਰਦੇ ਹਾਂ ਠੀਕ ਹੈ ਫਿਰ ਸਬਜੈਕਟ ਮੈਟਰ ਸਿਲੈਕਟ ਕਰਦੇ ਹਾਂ ਕਿ ਅਸੀਂ ਕਿਹੜੇ ਸਬਜੈਕਟ ਮੈਟਰ ਨੂੰ ਮਤਲਬ ਟੀਚ ਕਰਨਾ ਵਾ ਉਸ ਤੋਂ ਬਾਅਦ ਨੈਕਸਟ ਟੀਚਿੰਗ ਕਰਾਈ ਜਾਂਦੀ ਹੈ ਕਲਾਸ ਦੇ ਵਿੱਚ ਟੀਚਿੰਗ ਤੋਂ ਬਾਅਦ ਅਵੈਲੂਏਸ਼ਨ ਕੀਤੀ ਜਾਂਦੀ ਬੱਚਿਆਂ ਦੀ ਅਵੈਲੂਏਸ਼ਨ ਕਰਨ ਤੋਂ ਬਾਅਦ ਬੱਚਿਆਂ ਕੋਲੋਂ ਫੀਡਬੈਕ ਲਈ ਜਾਂਦੀ ਆ ਸੋ ਆਨਸਰ ਆ ਆਪਸ਼ਨ ਨੰਬਰ ਸੀ ਨੈਕਸਟ ਕੁਐਸਚਨ ਆ ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਕਰੈਕਟ ਅਬਾਊਟ ਜੀਨ ਪਿਆਜੇਜ਼ ਥਿਊਰੀ ਆਫ ਕੋਗਨੀਟਿਵ ਡਿਵੈਲਪਮੈਂਟ ਜੀਨ ਪਿਆਜੇ ਨੇ ਜਿਹੜੀ ਥਿਊਰੀ ਦਿੱਤੀ ਸੀ ਕੋਗਨੇਟਿਵ ਡਿਵੈਲਪਮੈਂਟ ਦੀ ਉਹਦੇ ਮੁਤਾਬਕ ਇਹਨਾਂ ਸਟੇਟਮੈਂਟਸ 'ਚੋਂ ਕਿਹੜੀ ਚੀਜ਼ ਜਿਹੜੀ ਆ ਉਹ ਸਹੀ ਆ ਇਹਦਾ ਆਨਸਰ ਆ ਆਪਸ਼ਨ ਨੰਬਰ ਡੀ ਆ The stages are invariant which means no stage can be skipped ਇਨਵੇਰੀਐਂਟ ਆ ਮਤਲਬ ਕੋਈ ਵੀ ਸਟੇਜ ਜਿਹੜੀ ਆ ਤੁਸੀਂ ਸਕਿਪ ਨਹੀਂ ਕਰ ਸਕਦੇ ਤੁਹਾਨੂੰ ਹਰ ਸਟੇਜ ਦੇ ਵਿੱਚੋਂ ਜਿਹੜਾ ਵਾ ਗੁਜ਼ਰਨਾ ਪੈਂਦਾ ਵਾ ਅਕੋਰਡਿੰਗ ਟੂ ਲੀ ਵਿਗੋਸਟੀ ਦੇ ਮੁਤਾਬਕ ਲੀ ਵਿਗੋਸਟੀ ਨੇ ਜਿਹੜਾ ਵਾ ਬੱਚੇ ਬਾਰੇ ਕੀ ਦੱਸਿਆ ਸੀ ਉਹਨੇ ਬੋਲਿਆ ਸੀ ਕਿ ਲੈਂਗੁਏਜ ਜਿਹੜੀ ਡਿਵੈਲਪ ਹੁੰਦੀ ਆ ਉਹਦੇ ਨਾਲ ਜਿਹੜਾ ਵਾ ਹਿਊਮਨ ਥੋਟ ਮਨੁੱਖ ਦੇ ਜਿਹੜੇ ਥੋਟ ਆ ਉਹਦਾ ਨੇਚਰ ਵੀ ਜਿਹੜਾ ਕੀ ਹੋ ਜਾਂਦਾ ਵਾ ਚੇਂਜ ਹੋ ਜਾਂਦਾ ਜਿਵੇਂ ਜਿਵੇਂ ਉਹਦੀ ਲੈਂਗੁਏਜ ਡਿਵੈਲਪ ਹੁੰਦੀ ਆ Next question according to Right to Education Act 2009 children with special needs should study RTI ਐਕਟ ਹੈ ਜਿਹੜਾ 2009 ਉਹਦੇ ਮੁਤਾਬਕ ਜਿਹੜੇ ਬੱਚਿਆਂ ਨੂੰ ਕੁਝ ਖਾਸ ਲੋੜਾਂ ਹੁੰਦੀਆਂ ਵਾ ਉਹਨਾਂ ਨੂੰ ਪੜ੍ਹਨਾ ਚਾਹੀਦਾ ਆ ਕੀ ਪੜ੍ਹਨਾ ਚਾਹੀਦਾ ਵਾ ਇਨਕਲੂਸਿਵ ਐਜੂਕੇਸ਼ਨ ਸੈਟਅਪ ਦੇਣਾ ਚਾਹੀਦਾ ਉਹਨਾਂ ਨੂੰ ਟੂ ਕੇਟਰ ਦੇਅਰ ਤਾਂ ਕਿ ਇਕੱਲੇ ਬੱਚੇ ਦੀ ਇੰਡੀਵਿਜੂਅਲ ਨੀਡ ਨੂੰ ਦੇਖਿਆ ਜਾ ਸਕੇ ਇਨਕਲੂਸਿਵ ਐਜੂਕੇਸ਼ਨ ਦਾ ਸੈਟਅਪ ਉਹਨਾਂ ਨੂੰ ਦੇਣਾ ਚਾਹੀਦਾ ਵਾ ਜਿੱਥੇ ਕਿ ਸਾਰੇ ਬੱਚੇ ਨੋਰਮਲ ਬੱਚੇ ਜਾਂ ਡਿਸਨੋਰਮਲ ਬੱਚੇ ਸਾਰੇ ਬੱਚੇ ਇਕੱਠੇ ਪੜ੍ਹ ਸਕਣ Next question an effective teacher in classroom where student come from diverse background would ਕਹਿੰਦੇ ਇੱਕ ਇਫੈਕਟਿਵ ਟੀਚਰ ਜਿਹੜਾ ਵਾ ਕਲਾਸਰੂਮ ਦੇ ਵਿੱਚ ਜਦੋਂ ਬੱਚੇ ਵੱਖਰੇ ਵੱਖਰੇ ਬੈਕਗਰਾਊਂਡ 'ਚੋਂ ਬਿਲੋਂਗ ਕਰਦੇ ਆ ਤਾਂ ਉਹ ਕੀ ਕਰਦਾ ਆ ਕਲਾਸਰੂਮ ਦੇ ਵਿੱਚ ਉਹਨੂੰ ਕੀ ਕਰਨਾ ਚਾਹੀਦਾ ਆ ਇਹਦਾ ਆਨਸਰ ਆਪਸ਼ਨ ਨੰਬਰ ਸੀ ਫੋਕਸ ਔਨ ਦੇਅਰ ਕਲਚਰਲ ਨੌਲੇਜ ਉਹਨਾਂ ਦੇ ਸੱਭਿਆਚਾਰ ਦੀ ਨੌਲੇਜ 'ਤੇ ਫੋਕਸ ਕਰਨਾ ਚਾਹੀਦਾ ਵਾ ਤਾਂ ਕਿ ਉਹ ਹਰ ਇੱਕ ਦੇ ਇੰਡੀਵਿਜੂਅਲ ਬੱਚੇ ਦਾ ਜਿਹੜਾ ਡਿਫਰੈਂਸ ਆ ਉਹ ਗਰੁੱਪ ਦੇ ਵਿੱਚ ਉਹਦੇ ਮੁਤਾਬਕ ਉਹਨੂੰ ਟਰੀਟ ਕਰ ਸਕੇ ਉਹਦੇ ਕਲਚਰਲ ਬੈਕਗਰਾਊਂਡ ਨੂੰ ਦੇਖਦਿਆਂ ਨੈਕਸਟ ਕੁਐਸਚਨ ਆ ਅਕੋਰਡਿੰਗ ਟੂ ਪਿਆਜੇਸ ਕੋਗਨੇਟਿਵ ਡਿਵੈਲਪਮੈਂਟ ਥਿਊਰੀ ਇਹ ਕੋਹੈਸਿਵ repeatable action sequence processing component actions that are tightly interconnected and governed by a core meaning is referred as which of the following ਪਿਆਜੇ ਨੇ ਕੋਗਨੇਟਿਵ ਥਿਊਰੀ ਦੇ ਵਿੱਚ ਜਿਹੜੀ ਇਹ ਸਟੇਟਮੈਂਟ ਦਿੱਤੀ ਆ ਇਹ ਜਿਹੜੀ ਆ ਕਿਹਨੂੰ ਰੈਫਰ ਕਰਦੀ ਆ ਇਹ ਰੈਫਰ ਕਰਦੀ ਆ ਸਕੀਮਾਂ ਨੂੰ ਨੈਕਸਟ ਕੁਐਸਚਨ ਆ ਕਨਵੈਨਸ਼ਨਲ ਮੈਲੈਰਿਟੀ ਇਜ਼ ਅ ਸਟੇਟ
ਵਿਚ ਕਮਸ ਇਨ ਵਿਚ ਆਫ ਦ ਫੋਲੋਇੰਗ ਥਿਊਰੀ। ਕਨਵੈਨਸ਼ਨਲ ਜੋ ਮੋਰੈਲਿਟੀ ਆ ਉਹ ਕਿਹੜੀ ਸਟੇਜ ਦੇ ਵਿੱਚ ਆਉਂਦੀ ਆ, ਕਿਹੜੀ ਥਿਊਰੀ ਦੇ ਵਿੱਚ ਆਉਂਦੀ ਆ, ਉਹ ਆਉਂਦੀ ਆ ਮੋਰਲ ਡਿਵੈਲਪਮੈਂਟ ਥਿਊਰੀ ਦੇ ਵਿੱਚ। ਕਨਵੈਨਸ਼ਨਲ ਮੋਰੈਲਿਟੀ ਤੋਂ ਹੀ ਕਲੀਅਰ ਹੋ ਰਿਹਾ ਕਿ ਮੋਰਲ ਡਿਵੈਲਪਮੈਂਟ ਥਿਊਰੀ ਦੇ ਵਿੱਚ ਆਏਗੀ। ਨੈਕਸਟ ਕੁਐਸਚਨ ਆ which theory is based on the principle that learner constructs new ideas or concepts based upon existing knowledge। ਕਹਿੰਦਾ ਕਿਹੜੀ ਥਿਊਰੀ ਦੇ ਵਿੱਚ ਇਹ ਬੇਸਡ ਆ ਕਿ ਬੱਚਾ ਜਿਹੜਾ ਵਾ ਆਪਣੀ ਪੁਰਾਣੀ ਨੌਲੇਜ ਦੇ ਬੇਸ 'ਤੇ ਨਵੇਂ ਕੰਸੈਪਟ ਜਾਂ ਆਈਡੀਆਸ ਜਿਹੜੇ ਆ ਉਹ ਬਣਾ ਸਕਦਾ ਆ। ਇਹਦਾ ਆਨਸਰ ਆਪਸ਼ਨ ਨੰਬਰ ਬੀ ਕੋਗਨੀਟਿਵ ਕੰਸਟਰਕਟਿਵਿਜ਼ਮ। ਨੈਕਸਟ ਕੁਐਸਚਨ ਆ ਵਿਚ ਆਫ ਦਾ ਫੋਲੋਇੰਗ ਇਜ਼ ਦਾ ਕਰੈਕਟਰਿਸਟਿਕਸ ਆਫ ਸੈਲਫ ਅਵੇਅਰਨੈਸ ਇਨ ਦੀ ਮਾਡਲ ਆਫ ਇਮੋਸ਼ਨਲ ਇੰਟੈਲੀਜੈਂਸ। ਕਿ ਇਹਦੇ 'ਚੋਂ ਜਿਹੜੀਆਂ ਵਾ ਸੈਲਫ ਖੁਦ ਦੀ ਜਾਗਰੂਕਤਾ ਦੀਆਂ ਜਿਹੜੀਆਂ ਮਾਡਲ ਹੈ ਇਮੋਸ਼ਨਲ ਇੰਟੈਲੀਜੈਂਸ, ਉਹਦੀਆਂ ਕਰੈਕਟਰਿਸਟਿਕਸ ਕਿਹੜੀਆਂ ਹੁੰਦੀਆਂ ਵਾ, ਉਹਦੀਆਂ ਹੁੰਦੀਆਂ ਵਾ ਨੋ ਯੂਅਰ ਓਨ ਇਮੋਸ਼ਨਲ ਸਟਰੈਟਜੀਸ ਐਂਡ ਵੀਕਨੈਸ। ਖੁਦ ਦੀਆਂ ਤੁਹਾਡੀਆਂ ਇਮੋਸ਼ਨਲ ਜਿਹੜੀਆਂ ਵਾ ਭਾਵੁਕ ਸਟਰੈਟਜੀਸ ਬਾਰੇ ਜਾਣਨਾ ਅਤੇ ਆਪਣੀਆਂ ਕਮਜ਼ੋਰੀਆਂ ਬਾਰੇ ਜਾਣਨਾ। ਨੈਕਸਟ ਕੁਐਸਚਨ ਆ ਹੂ ਗੇਵ ਦਾ ਕੰਸੈਪਟ ਆਫ ਐਕਸਟਰੋਵਰਜ਼ਨ ਐਂਡ ਇੰਟਰੋਵਰਜ਼ਨ ਆਫ ਟ੍ਰੇਡ ਥਿਊਰੀ ਆਫ ਪਰਸਨੈਲਿਟੀ ਦੀ ਜਿਹੜੀ ਟ੍ਰੇਡ ਥਿਊਰੀ ਆ ਉਹਦੇ ਵਿੱਚ ਐਕਸਟਰੋਵਰਜ਼ਨ ਅਤੇ ਇੰਟਰੋਵਰਜ਼ਨ ਜਿਹੜਾ ਵਾ ਇਹ ਕੰਸੈਪਟ ਜਿਹੜਾ ਵਾ ਕਿਹਨੇ ਦਿੱਤਾ ਹੋਇਆ ਆ, ਕਾਰਲ ਜੰਗ ਨੇ। ਕਿਹਨੇ ਦਿੱਤਾ ਹੋਇਆ ਹੈ? ਕਾਰਲ ਜੰਗ ਨੇ। ਨੈਕਸਟ ਕੁਐਸਚਨ ਆ ਵਿਚ ਆਫ ਦਾ ਫੋਲੋਇੰਗ ਰੈਫਰਸ ਟੂ ਜੈਂਡਰ ਡਿਵੀਜ਼ਨ। ਇਹਨਾਂ ਦੇ ਵਿੱਚੋਂ ਕਿਹੜਾ ਜਿਹੜਾ ਵਾ ਜੈਂਡਰ ਡਿਵੀਜ਼ਨ ਨੂੰ ਜਿਹੜਾ ਵਾ ਰੈਫਰ ਕਰਦਾ ਵਾ। ਦ ਹਾਇਰਾਰੀਕਲ ਅਨਈਕੁਅਲ ਰੋਲਸ ਅਸਾਈਨ ਟੂ ਬॉय ਐਂਡ ਗਰਲ ਬਾਈ ਸੋਸਾਇਟੀ। ਸਮਾਜ ਦੁਆਰਾ ਜਿਹੜੇ ਅਨਈਕੁਅਲ ਰੋਲਸ ਦਿੱਤੇ ਗਏ ਆ ਕਿ ਗਰਲਸ ਘਰ ਦਾ ਕੰਮ ਕਰਨਗੀਆਂ, ਬॉयਜ਼ ਬਾਹਰ ਦਾ ਕੰਮ ਕਰਨਗੇ, ਇਹ ਵਾਲੇ ਜਿਹੜੇ ਅਨਈਕੁਅਲ ਰੋਲਸ ਦਿੱਤੇ ਗਏ ਆ ਇਹਦੇ ਤੋਂ ਹੀ ਜੈਂਡਰ ਡਿਵੀਜ਼ਨ ਹੋ ਜਾਂਦੀ ਆ। ਨੈਕਸਟ ਕੁਐਸਚਨ ਆ ਰੀਕਾਲ ਟਾਈਪ ਟੈਸਟ ਐਂਡ ਰੈਕੋਗਨਾਈਜ਼ ਟਾਈਪ ਟੈਸਟ ਆਰ ਦਾ ਟਾਈਪਸ ਆਫ। ਰੀਕਾਲ ਟਾਈਪ ਟੈਸਟ ਕਿ ਮਤਲਬ ਯਾਦ ਰੱਖਣ ਵਾਲਾ ਟੈਸਟ, ਰੈਕੋਗਨਾਈਜ਼ ਪਛਾਣ ਕਰਨ ਵਾਲਾ ਟੈਸਟ, ਇਹ ਕਿੱਦਾਂ ਦੇ ਟੈਸਟ ਆ? ਐਸੇ ਟਾਈਪ ਆ, ਸ਼ਾਰਟ ਆਨਸਰ, ਆਬਜੈਕਟਿਵ। ਕਿਹੜੇ ਆ ਟੈਸਟ? ਇਹ ਆਨਸਰ ਹੈਗੇ ਆ ਆਬਜੈਕਟਿਵ ਟਾਈਪ ਟੈਸਟ ਹੁੰਦੇ ਆ। ਆਬਜੈਕਟਿਵ ਟਾਈਪ ਟੈਸਟ ਜਿਨ੍ਹਾਂ ਦੇ ਵਿੱਚ ਚੋਇਸ ਮਿਲਦੀ ਆ ਤੁਹਾਨੂੰ। ਨੈਕਸਟ ਕੁਐਸਚਨ ਆ ਵਟ ਇਜ਼ ਦੀ ਫੁੱਲ ਫਾਰਮ ਆਫ ICIDH ਦੀ ਫੁੱਲ ਫਾਰਮ ਜਿਹੜੀ ਉਹ ਕਿਹੜੀ ਆ? ਉਹ ਹੈਗੀ ਆ ਇੰਟਰਨੈਸ਼ਨਲ ਕਲਾਸੀਫਿਕੇਸ਼ਨ ਆਫ ਇੰਪੇਅਰਮੈਂਟ ਡਿਸੇਬਿਲਟੀਜ਼ ਐਂਡ ਹੈਂਡੀਕੈਪਸ। ਨੈਕਸਟ ਕੁਐਸਚਨ ਆ ਦ ਕੰਸੈਪਟ ਆਇਡੈਂਟਿਟੀ ਵਰਸਸ ਰੋਲ ਕਨਫਿਊਜ਼ਨ ਹੈਪਨਸ ਇਨ ਕਿਸ ਸਟੇਜ ਦੇ ਵਿੱਚ ਜਿਹੜਾ ਵਾ ਇਹ ਹੁੰਦਾ ਆ? ਆਇਡੈਂਟਿਟੀ ਵੀ ਤੁਹਾਨੂੰ ਆਪਣੀ ਪਛਾਣ ਕਰਨੀ ਜਾਂ ਰੋਲ ਕਨਫਿਊਜ਼ਨ ਹੋਣੀ, ਇਹ ਕਿਹਦੇ ਵਿੱਚ ਆਉਂਦਾ ਆ? ਇਹ ਆਉਂਦਾ ਆ ਅਡੋਲਸੈਂਟ ਸਟੇਜ ਦੇ ਵਿੱਚ। ਅਡੋਲਸੈਂਟ ਸਟੇਜ ਦੇ ਵਿੱਚ ਕਿ ਤੁਸੀਂ ਇਹ ਨਹੀਂ ਦੇਖ ਪਾਉਂਦੇ ਕਿ ਅਸੀਂ ਤੁਹਾਨੂੰ ਸਾਰਿਆਂ ਨੂੰ ਵੱਡੇ ਸਮਝਿਆ ਜਾਂਦਾ ਵਾ ਕਿ ਤੁਸੀਂ ਮਤਲਬ ਥੋੜ੍ਹੇ ਵੱਡੇ ਬੱਚਿਆਂ ਦੀ ਤਰ੍ਹਾਂ ਬਿਹੇਵ ਕਰੋ, ਬਟ ਤੁਹਾਡੀ ਜਿਹੜੀ ਮੈਂਟੈਲਿਟੀ ਹੁੰਦੀ ਉਹ ਇੱਕ ਬੱਚੇ ਦੀ ਹੁੰਦੀ ਹੈ। ਠੀਕ ਹੈ, ਇੱਥੇ ਤੁਹਾਨੂੰ ਰੋਲ 'ਚ ਕਨਫਿਊਜ਼ਨ ਹੁੰਦੀ ਹੈ। ਨੈਕਸਟ ਕੁਐਸਚਨ ਆ ਦ ਰਾਈਟ ਸੀਕੁਐਂਸ ਆਫ ਮੇਜਰ ਸਟੇਜ ਆਫ ਕੋਗਨੀਟਿਵ ਗਰੋਥ ਐਜ਼ ਪ੍ਰਪੋਜ਼ਡ ਬਾਈ ਜੀਰੋਮ ਬਰੂਨਰ ਆਰ। ਕਹਿੰਦਾ ਜਿਹੜੀ ਮੇਜਰ ਸਟੇਜ ਦੀ ਰਾਈਟ ਸੀਕੁਐਂਸ ਆ ਕੋਗਨੀਟਿਵ ਗਰੋਥ ਦੀ ਉਹ ਕਿਹੜੀ ਆ? ਜਿਹੜੀ ਬਰੂਨਰ ਨੇ ਆਪਣੀ ਥਿਊਰੀ ਦੇ ਵਿੱਚ ਦਿੱਤੀ ਹੋਈ ਆ ਉਹ ਹੈਗੀ ਆ ਇਨਐਕਟਿਵ ਆਈਕੋਨਿਕ ਸਿੰਬੋਲਿਕ। ਇਨਐਕਟਿਵ ਆਈਕੋਨਿਕ ਸਿੰਬੋਲਿਕ। ਨੈਕਸਟ ਕੁਐਸਚਨ ਆ who said that if a child will not learn before he is capable to learn then why bother, and if a child will learn automatically after he has the capability to learn then why bother। ਇਹ ਸਟੇਟਮੈਂਟ ਜਿਹੜੀ ਕਿਹਨੇ ਦਿੱਤੀ ਹੈ ਕਿ ਜੇ ਇੱਕ ਬੱਚਾ ਨਹੀਂ ਸਿੱਖਦਾ ਜਦੋਂ ਕਿ ਉਹ ਕੈਪੇਬਲ ਆ ਸਿੱਖਣ ਦੇ ਤੇ ਤੁਹਾਨੂੰ ਕਿਸ ਦੈਨ ਵਾਈ ਬੋਦਰ ਪਰਵਾਹ ਕਰਨ ਦੀ ਕੀ ਲੋੜ ਆ? ਤੇ ਜੇ ਬੱਚਾ ਆਟੋਮੈਟਿਕਲੀ ਸਿੱਖ ਜਾਂਦਾ ਵਾ ਜਦੋਂ ਉਹਦੇ ਕੋਲ ਇਹ ਕੈਪੇਬਿਲਿਟੀ ਹੈਗੀ ਹੈ ਸਿੱਖਣ ਦੀ ਤੇ ਫਿਰ ਵੀ ਕਿਸੇ ਤਰ੍ਹਾਂ ਦੀ ਪਰਵਾਹ ਕਰਨ ਦੀ ਕੀ ਲੋੜ ਆ? ਇਹ ਸਟੇਟਮੈਂਟ ਕਿਹਨੇ ਦਿੱਤੀ ਆ? ਇਹ ਸਟੇਟਮੈਂਟ ਦਿੱਤੀ ਆ ਜੀਰੋਮ ਬਰੂਨਰ ਨੇ। ਆਪਸ਼ਨ ਨੰਬਰ ਏ ਜੀਰੋਮ ਬਰੂਨਰ ਨੇ। ਨੈਕਸਟ ਕੁਐਸਚਨ ਆ which of the following theories identifies 4 stages of children's intellectual development: sensory motor stage, pre-operational stage, concrete operational stage and formal operational stage। ਇਹ ਜਿਹੜੀ ਸਟੇਜ ਕਿੰਨੀਆਂ ਦਿੱਤੀਆਂ ਵਾ? ਜੀਨ ਪੈਜੇ ਦੀਆਂ ਥਿਊਰੀ ਦੀਆਂ ਵਾ ਇਹ ਸਟੇਜਸ ਕੋਗਨੀਟਿਵ ਡਿਵੈਲਪਮੈਂਟ ਦੀਆਂ। ਆਪਸ਼ਨ ਨੰਬਰ ਸੀ। ਨੈਕਸਟ ਕੁਐਸਚਨ ਇਜ਼ you have a mixed class of boys and girl, which method you adopt to improve cooperation between them। ਤੁਹਾਡੇ ਕੋਲ ਇੱਕ ਮਿਕਸਡ ਕਲਾਸ ਆ ਬॉयਜ਼ ਅਤੇ ਗਰਲਸ ਦੀ, ਤੁਸੀਂ ਕਿਹੜਾ ਮੈਥਡ ਅਡੋਪਟ ਕਰੋਗੇ ਤਾਂ ਕਿ ਤੁਸੀਂ ਕੋਆਪਰੇਸ਼ਨ ਜਿਹੜੀ ਆ ਉਹ ਇੰਪਰੂਵ ਕਰ ਸਕੇ ਬਿਟਵੀਨ ਦੈਮ। ਆਪਸ਼ਨ ਨੰਬਰ ਸੀ ਸੈਟਿੰਗ ਟਾਸਕ ਵਿਚ ਹੈਵ ਟੂ ਬੀ ਡਨ ਟੂਗੈਦਰ। ਉਹ ਵਾਲੇ ਟਾਸਕ ਉਹ ਵਾਲੇ ਕੰਮ ਬੱਚਿਆਂ ਨੂੰ ਦਿੱਤੇ ਜਾਣਗੇ ਜਿਹੜੇ ਕਿ ਉਹ ਇਕੱਠੇ ਕਰ ਸਕਣ।
ਨੈਕਸਟ ਆ ਵਿਚ ਮੇਕਸ ਐਨ ਅਡੋਲਸੈਂਟ ਰਿਵੋਲਟ ਅਗੇਂਸਟ ਅਥਾਰਟੀ, ਕਿ ਜੇ ਉਹ ਕਿਹਦੇ ਬਗਾਵਤ ਕਰ ਸਕਦਾ ਅਥਾਰਟੀ ਦੇ ਖਿਲਾਫ, ਕਿਹੜੀ ਚੀਜ਼ ਉਹਨੂੰ ਮਤਲਬ ਅਡੋਲਸੈਂਟ ਨੂੰ ਮਜਬੂਰ ਕਰਦੀ ਆ ਕਿ ਉਹ ਜਿਹੜਾ ਬਗਾਵਤ ਕਰੇ ਅਥਾਰਟੀ ਦੇ ਖਿਲਾਫ। ਇਹਦਾ ਆਨਸਰ ਆਪਸ਼ਨ ਨੰਬਰ ਬੀ, ਹਿਜ਼ ਵਾਂਟ ਫॉर ਰੈਕੋਗਨਾਈਜੇਸ਼ਨ ਐਂਡ ਇੰਡੀਪੈਂਡੈਂਸ ਆਫ ਥਾਟਸ ਐਂਡ ਐਕਸ਼ਨ, ਜੀ ਕਿਉਂਕਿ ਉਹ ਆਪਣੀ ਪਛਾਣ ਚਾਹੁੰਦਾ ਵਾ, ਉਹਦੀ ਰੋਲ ਕਨਫਿਊਜ਼ਨ ਦੀ ਸਟੇਜ ਆ ਜਾਂਦੀ ਆ, ਠੀਕ ਹੈ, ਤੇ ਉਹਨੂੰ ਥਾਟਸ ਦੀ ਆਜ਼ਾਦੀ ਚਾਹੀਦੀ ਹੈ ਐਕਸ਼ਨ ਵਾਸਤੇ, ਇਸ ਵਾਸਤੇ ਉਹ ਰਿਵੋਲਟ ਕਰ ਸਕਦਾ ਅਥਾਰਟੀ ਦੇ ਖਿਲਾਫ। ਨੈਕਸਟ ਕੁਐਸਚਨ, ਐਜੂਕੇਸ਼ਨ ਡਜ਼ ਨਾਟ ਬ੍ਰਿੰਗ ਅਬਾਊਟ ਸੋਸ਼ਲ ਚੇਂਜ ਰੈਦਰ ਦਾ ਸੋਸ਼ਲ ਚੇਂਜ ਰਿਜ਼ਲਟ ਇਨ ਐਨ ਐਜੂਕੇਸ਼ਨਲ ਚੇਂਜ, ਹੂਜ਼ ਵਿਊ ਵਾਸ ਦਿਸ। ਕਹਿੰਦਾ ਐਜੂਕੇਸ਼ਨ ਜਿਹੜੀ ਆ ਉਹ ਸਮਾਜ 'ਚ ਚੇਂਜ ਨਹੀਂ ਲਿਆ ਸਕਦੀ, ਬਟ ਸਮਾਜ 'ਚ ਚੇਂਜ ਲਿਆਂਦਾ ਹੋਇਆ ਐਜੂਕੇਸ਼ਨ 'ਚ ਚੇਂਜ ਲਿਆ ਸਕਦਾ। ਇਹ ਵਿਊ ਕਿੰਨੇ ਦਿੱਤੇ ਆ 23। ਇਹਦਾ ਆਨਸਰ ਆਪਸ਼ਨ ਨੰਬਰ ਬੀ, ਇਹ ਜਿਹੜਾ ਹੈਗਾ ਵਾ ਇਮਾਇਲ ਡਰਖੀਮ ਨੇ ਇਹ ਥੋਟ ਦਿੱਤਾ ਹੈ। ਨੈਕਸਟ ਕੁਐਸਚਨ ਆ, ਆਬਜ਼ਰਵੇਸ਼ਨਲ ਲਰਨਿੰਗ ਕੰਸਿਸਟ ਆਫ, ਆਬਜ਼ਰਵੇਸ਼ਨਲ ਲਰਨਿੰਗ ਦੇ ਵਿੱਚ ਕਿਹੜੀ ਚੀਜ਼ ਆਉਂਦੀ ਆ। ਆਬਜ਼ਰਵੇਸ਼ਨਲ ਲਰਨਿੰਗ ਦੇ ਵਿੱਚ ਆਉਂਦਾ ਵਾ, ਆਨਸਰ ਹੈ ਇਹਦਾ ਆਪਸ਼ਨ ਨੰਬਰ ਬੀ ਫਸਟ ਤੇ ਥਰਡ। ਅਟੈਂਸ਼ਨ ਤੇ ਰਿਟੈਂਸ਼ਨ ਆਉਂਦੀ ਆ, ਪ੍ਰੋਡਕਸ਼ਨ ਪ੍ਰੋਸੈਸ ਆਉਂਦੀ ਹੈ, ਤੇ ਮੋਟੀਵੇਸ਼ਨ ਆਉਂਦੀ ਆ। ਨੈਕਸਟ ਕੁਐਸਚਨ ਆ, ਸਪੋਜ਼ ਯੂ ਗੈਟ ਆ ਪੰਜਾਬੀ ਮੀਡੀਅਮ ਸਟੂਡੈਂਟ, ਕਿ ਤੁਹਾਡੇ ਕੋਲ ਇੱਕ ਪੰਜਾਬੀ ਮੀਡੀਅਮ ਸਟੂਡੈਂਟਸ ਆ, ਹੂ ਹੈਜ਼ ਲਰਨਡ ਹਿੰਦੀ, ਜਿਹਨੇ ਕਿ ਹਿੰਦੀ ਸਿੱਖ ਲਈ ਆ। ਹੀ ਇਜ਼ ਗਿਵਨ 5 ਸੈਂਟੈਂਸਿਸ ਟੂ ਬੀ ਟਰਾਂਸਲੇਟਡ ਫਰੋਮ, ਉਹਨੇ 5 ਸੈਂਟੈਂਸਿਸ ਪੰਜਾਬੀ ਤੋਂ ਹਿੰਦੀ 'ਚ ਕਨਵਰਟ ਕਰਤੇ। ਐਸ ਐਨ ਵੈਲੂਏਟਰ ਵਿਚ ਆਸਪੈਕਟ ਵੁੱਡ ਯੂ ਟਰਾਈ ਟੂ ਵੈਲੂਏਟ ਹਿਮ, ਇੱਕ ਜੇ ਤੁਸੀਂ ਵੈਲੂਏਟਰ ਉਹਦਾ ਮੁਲਾਂਕਣ ਕਰ ਰਹੇ ਹੋ ਤਾਂ ਤੁਸੀਂ ਕਿਸ ਚੀਜ਼ ਨੂੰ ਉਹਦਾ ਵੈਲੂਏਸ਼ਨ ਕਰਨਾ ਚਾਹੋਗੇ। ਇਹਦਾ ਆਨਸਰ ਆ ਆਪਸ਼ਨ ਨੰਬਰ ਡੀ, ਉਹਦੀ ਸਮਝ ਨੂੰ, ਕਿ ਉਹਨੂੰ ਮਤਲਬ ਟਰਾਂਸਲੇਸ਼ਨ ਤਾਂ ਆ ਗਈ ਬਟ ਕੀ ਉਹਨੂੰ ਹਿੰਦੀ ਦੀ ਸਮਝ ਹੈਗੀ ਆ। ਨੈਕਸਟ ਕੁਐਸਚਨ ਆ, ਦ ਸਲੋਗਨ ਆਫ ਲਰਨਿੰਗ ਵਿਦਆਊਟ ਬਰਡਨ ਵਾਸ ਗਿਵਨ ਬਾਏ, ਜਿਹੜਾ ਇਹ ਸਲੋਗਨ ਬਹੁਤ ਮਸ਼ਹੂਰ ਆ ਕਿ ਪੜ੍ਹਾਇਆ ਸਿੱਖਣਾ ਪਰ ਬਿਨਾਂ ਕਿਸੇ ਬਰਡਨ ਤੋਂ, ਇਹ ਕਿੰਨੇ ਦਿੱਤਾ ਹੋਇਆ ਆ। ਆਪਸ਼ਨ ਨੰਬਰ ਡੀ, ਜਸਪਾਲ ਕਮੇਟੀ ਨੇ। ਕਿੰਨੇ ਦਿੱਤਾ ਹੋਇਆ ਇਹ, ਜਸਪਾਲ ਕਮੇਟੀ ਨੇ। ਨੈਕਸਟ ਕੁਐਸਚਨ ਆ, ਇਨ ਸਮੈਟਿਵ ਅਵੈਲੂਏਸ਼ਨ ਵਿਚ ਆਫ ਦਾ ਫੋਲੋਇੰਗ ਮੋਡਸ ਯੂਜ਼ਡ, ਸਮੈਟਿਵ ਅਵੈਲੂਏਸ਼ਨ ਦੇ ਵਿੱਚ ਕਿਹੜਾ ਮੋਡ ਜਿਹੜਾ ਯੂਜ਼ ਕੀਤਾ ਜਾਂਦਾ, ਜਦੋਂ ਅਸੀਂ ਲਾਸਟ 'ਤੇ ਐਗਜ਼ਾਮ ਲੈਂਦੇ ਹਾਂ ਉਦੋਂ ਕਿਹੜਾ ਮੋਡ ਜਿਹੜਾ ਯੂਜ਼ ਕੀਤਾ ਜਾਂਦਾ ਵਾ, ਐਨੂਅਲ ਐਗਜ਼ਾਮੀਨੇਸ਼ਨ। ਇੱਥੇ ਆਪਸ਼ਨ ਨੰਬਰ ਡੀ ਆ, ਐਨੂਅਲ ਐਗਜ਼ਾਮੀਨੇਸ਼ਨ, ਕਿ ਫਾਈਨਲ ਅਸੀਂ ਐਗਜ਼ਾਮ ਹੀ ਲੈਂਦੇ ਹਾਂ ਬਸ, ਸਮੈਟਿਵ ਦੇ ਵਿੱਚ ਹੋਰ ਕਿਸੇ ਵੀ ਤਰ੍ਹਾਂ ਦੀ ਵੈਲੂਏਸ਼ਨ ਬੱਚੇ ਦੀ ਪੂਰੇ ਸਾਲ ਦੇ ਵਿੱਚ ਅਸੀਂ ਨਹੀਂ ਕਰਦੇ। ਨੈਕਸਟ ਆ, ਇਨ ਸਮੈਟਿਵ ਵਿਚ ਆਫ ਦਾ ਇਨ ਰਿਪੀਟ ਹੋ ਗਿਆ ਕੁਐਸਚਨ, ਇਨ ਸਮੈਟਿਵ ਵੈਲੂਏਸ਼ਨ ਵਿਚ ਆਫ ਦਾ ਫੋਲੋਇੰਗ ਮੋਡ ਇਜ਼ ਯੂਜ਼ਡ ਐਨੂਅਲ ਐਗਜ਼ਾਮੀਨੇਸ਼ਨ। ਹੁਣ ਇਹ ਅਸੀਂ ਕਰਕੇ ਆਏ ਹਾਂ, ਆਪਸ਼ਨ ਨੰਬਰ ਡੀ ਆ, ਐਨੂਅਲ ਐਗਜ਼ਾਮੀਨੇਸ਼ਨ। ਨੈਕਸਟ ਕੁਐਸਚਨ ਆ, ਵਿਚ ਆਫ ਦਾ ਫੋਲੋਇੰਗ ਇਜ਼ ਦਾ ਮੋਸਟ ਐਪਰੋਪ੍ਰੀਏਟ ਫਾਰਮ ਆਫ ਅਸੈਸਿੰਗ ਦਾ ਅਫੈਕਟਿਵ ਡੋਮੇਨ ਆਫ ਦਾ ਸਟੂਡੈਂਟ, ਬੱਚਿਆਂ ਦੀ ਅਫੈਕਟਿਵ ਡੋਮੇਨ ਨੂੰ, ਉਹਨਾਂ ਦੀਆਂ ਫੀਲਿੰਗਸ ਨੂੰ ਜਾਣਨ ਲਈ, ਉਹਨਾਂ ਦੇ ਇੰਟਰਸਟ ਨੂੰ ਜਾਣਨ ਲਈ ਸਭ ਤੋਂ ਐਪਰੋਪ੍ਰੀਏਟ ਫਾਰਮ ਜਿਹੜੀ ਆ ਕਿਹੜੀ ਆ ਯੂਜ਼ ਕੀਤੀ ਜਾਣੀ ਚਾਹੀਦੀ, ਆਬਜ਼ਰਵੇਸ਼ਨ। ਬੱਚਿਆਂ ਨੂੰ ਓਬਜ਼ਰਵ ਕਰਨਾ ਚਾਹੀਦਾ ਵਾ, ਆਪਸ਼ਨ ਨੰਬਰ ਬੀ ਆ, ਬੱਚਿਆਂ ਨੂੰ ਓਬਜ਼ਰਵ ਕਰਨਾ। ਨੈਕਸਟ ਆ, ਪ੍ਰਣਵ ਸੀਮਸ ਟੂ ਬੀ ਓਵਰਲੋਡਡ ਵਿਦ ਐਨਰਜੀ, ਕਿ ਉਹਦੇ ਕੋਲ ਬਹੁਤ ਜ਼ਿਆਦਾ ਐਨਰਜੀ ਆ। ਹੀ ਬਾਉਂਸਿਸ ਔਨ ਹੀ ਸੀਟ, ਉਹ ਲਗਾਤਾਰ ਆਪਣੀ ਸੀਟ 'ਤੇ ਉਛਲ ਰਿਹਾ ਹੈ। ਫਰੀਕੁਐਂਟਲੀ ਇੰਟਰਪਟ ਅਦਰ, ਦੂਸਰਿਆਂ ਨੂੰ ਡਿਸਟਰਬ ਕਰ ਰਿਹਾ। ਇਟ ਇਜ਼ ਡਿਫੀਕਲਟ ਫॉर ਹਿਮ ਟੂ ਫੋਕਸ ਐਂਡ ਲਿਸਨ ਟੂ, ਉਹਦੇ ਲਈ ਫੋਕਸ ਕਰਨਾ ਬਹੁਤ ਔਖਾ ਆ ਅਤੇ ਟੀਚਰ ਨੂੰ ਸੁਣਨਾ। ਹੀ ਇਜ਼ ਮੋਰ ਲਾਈਕਲੀ ਟੂ ਬਿਲੋਂਗ ਟੂ ਵਿਚ ਆਫ ਦਾ, ਉਹ ਇਹਨਾਂ 'ਚੋਂ ਕਿਹੜੀ ਕੈਟੇਗਰੀ ਦੇ ਵਿੱਚੋਂ ਜਿਹੜਾ ਵਾ ਬਿਲੋਂਗ ਕਰਦਾ ਆ, ਉਹ ਬਿਲੋਂਗ ਕਰਦਾ ਆ ਅਟੈਂਸ਼ਨ ਡੈਫੀਸ਼ੀਟ ਹਾਈਪਰ ਐਕਟੀਵਿਟੀ ਡਿਸਆਰਡਰ, ਕਿ ਉਹ ਅਟੈਂਡ ਨਹੀਂ ਕਰ ਪਾ ਰਿਹਾ, ਅਟੈਂਸ਼ਨ ਨਹੀਂ ਦੇ ਪਾ ਰਿਹਾ ਟੀਚਰ ਦੇ ਦਿੱਤੇ ਹੋਏ ਕੰਮ ਨੂੰ। ਨੈਕਸਟ ਕੁਐਸਚਨ ਆ, ZPD ਸਟੈਂਡਸ ਫॉर, ਇਹ ਕੁਐਸਚਨ ਪਹਿਲਾਂ ਵੀ ਆ ਚੁੱਕਾ 29 ਤੇ 30 ਵੀ। ZPD ਸਟੈਂਡਸ ਫॉर ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ, ਜ਼ੋਨ ਆਫ, ਆਪਸ਼ਨ ਨੰਬਰ ਬੀ ਆ,